ਆਮ ਤੌਰ ਤੇ ਜਦੋਂ ਮੋਢੇ ਦੇ ਕਿਸੇ ਦੇ ਵਿੱਚ ਦਰਦ ਹੁੰਦੀ ਆ ਅਸੀਂ ਹੱਸ ਕੇ ਅਗਲੇ ਨੂੰ ਕਹਿ ਦਿੰਦੇ ਯਾਰ ਤੇਰੇ ਤਾਂ ਜ਼ਿੰਮੇਵਾਰੀਆਂ ਦਾ ਬੋਝ ਹੈ, ਪਰ ਅਸਲ ਦੇ ਵਿੱਚ ਉਹ ਬੋਝ ਕਿਸ ਦਾ ਹੁੰਦਾ? ਸ਼ੋਲਡਰ ਪ੍ਰੋਬਲਮ ਬੜੀ ਕਾਮਨ ਹੋ ਗਈ ਹੈ ਯੰਗ ਏਜ ਦੇ ਵਿੱਚ ਤੋਂ ਲੈ ਕੇ 올ਡ ਏਜ ਤੱਕ ਬੜੀ ਕਾਮਨ ਹੋ ਗਈ ਹੈ। ਯੰਗ ਏਜ ਦੇ ਵਿੱਚ ਜ਼ਿਆਦਾ ਕਾਮਨ ਇਹਦੇ ਰੀਜ਼ਨਸ ਹੁੰਦੇ ਨੇ ਆਪਣੀ ਲੈਕ ਆਫ ਐਕਸਰਸਾਈਜ਼ਸ ਜਾਂ ਗਲਤ ਤਰੀਕੇ ਦੀ ਐਕਸਰਸਾਈਜ਼ਸ। 올ਡ ਏਜ ਦੇ ਵਿੱਚ ਇਹਦੇ ਮੈਡੀਕਲ ਰੀਜ਼ਨਸ ਨੇ। 50 ਪਲੱਸ ਏਜ ਦੇ ਵਿੱਚ 3 ਤਰ੍ਹਾਂ ਦੀ ਮੇਨ ਸ਼ੋਲਡਰ ਪ੍ਰੋਬਲਮਸ ਆਉਂਦੀਆਂ ਨੇ ਸਾਡੇ ਕੋਲ। ਪਹਿਲੀ ਹੁੰਦੀ ਹੈ ਫਰੋਜ਼ਨ ਸ਼ੋਲਡਰ। ਫਰੋਜ਼ਨ ਸ਼ੋਲਡਰ ਜਿਹਦੇ ਵਿੱਚ ਕੀ ਹੈ ਮੋਢਾ ਜਾਮ ਹੋ ਜਾਂਦਾ। ਦੂਜੀ ਪ੍ਰੋਬਲਮ ਹੁੰਦੀ ਹੈ ਸਾਡੀ ਰੋਟੇਟਰ ਕਫ ਟੀਅਰ। ਮੋਢੇ ਦੇ ਅੰਦਰ ਲਿਗਾਮੈਂਟ ਹੁੰਦਾ ਇੱਕ ਜਿਹੜਾ ਕਿ ਮੋਢੇ ਨੂੰ ਮੂਵਮੈਂਟ ਕਰਾਉਂਦਾ ਹੈ, ਉਹ ਲਿਗਾਮੈਂਟ ਟੁੱਟ ਜਾਂਦਾ ਹੈ। ਤੀਜੀ ਪ੍ਰੋਬਲਮ ਹੁੰਦੀ ਹੈ ਸ਼ੋਲਡਰ ਆਰਥਰਾਈਟਿਸ, ਜਿਵੇਂ ਆਪਣੇ ਨੀ ਆਰਥਰਾਈਟਿਸ ਹੁੰਦੀ ਹੈ, ਹਿਪ ਆਰਥਰਾਈਟਿਸ ਹੁੰਦੀ ਹੈ, ਜੋੜ ਘਸਣਾ, ਸ਼ੋਲਡਰ ਦਾ ਜੋੜ ਵੀ ਘਸ ਜਾਂਦਾ ਹੈ। ਇਹ ਤਿੰਨੋਂ ਪ੍ਰੋਬਲਮਸ ਅੱਡ-ਅੱਡ ਤਰੀਕੇ ਨਾਲ ਚੱਲਦੀਆਂ ਨੇ, ਅੱਡ-ਅੱਡ ਤਰੀਕੇ ਨਾਲ ਟ੍ਰੀਟਮੈਂਟ ਹੈ, ਅੱਡ-ਅੱਡ ਤਰੀਕੇ ਨਾਲ ਸਿੰਪਟਮਸ ਹੈ ਇਹਨਾਂ ਦੇ। ਜਿਹਨੂੰ ਫਰੋਜ਼ਨ ਸ਼ੋਲਡਰ ਦੀ ਪ੍ਰੋਬਲਮ ਲੱਗਦੀ ਹੈ 2-3 ਐਕਸਰਸਾਈਜ਼ਸ ਨੇ। ਇੱਕ ਜਿਵੇਂ ਆਪਾਂ ਪੀਟੀ ਕਰਦੇ ਹਾਂ, ਆਪਾਂ ਨੂੰ ਸਕੂਲ 'ਚ ਵੀ ਸਿਖਾਉਂਦੇ ਨੇ ਜਾਂ ਹੋਰ ਯੋਗਾ ਕਰਦੇ ਨੇ, ਉਸ ਤਰੀਕੇ ਨਾਲ ਇਸ ਤਰ੍ਹਾਂ ਬਾਹਾਂ ਲਿਆ ਕੇ ਬਾਹਰ ਨੂੰ ਹੌਲੀ ਹੌਲੀ ਉੱਪਰ ਲਿਜਾ ਕੇ ਕਲੈਪ ਕਰਨੀ ਹੈ, ਹੌਲੀ ਹੌਲੀ ਨੀਚੇ ਲੈ ਕੇ ਆਉਣਾ। ਇਹ ਪਹਿਲੇ ਨੰਬਰ ਵਾਲੀ ਐਕਸਰਸਾਈਜ਼ 10 ਟਾਈਮਸ ਮਾਰਨਿੰਗ 10 ਟਾਈਮਸ ਈਵਨਿੰਗ ਰਿਪੀਟ ਕਰਨ। ਦੂਸਰੀ ਐਕਸਰਸਾਈਜ਼ ਇਸ ਤਰ੍ਹਾਂ ਹੱਥ ਰੱਖ ਕੇ ਮੋਢੇ ਨੂੰ ਅੱਗੇ ਤੋਂ 10 ਵਾਰ ਘੁਮਾ ਕੇ ਪਿੱਛੇ ਤੋਂ 10 ਵਾਰ ਘੁਮਾ ਕੇ। ਤੀਜੀ ਜਿਹੜੀ ਆਪਾਂ ਵੀਲ ਚਲਾਉਂਦੇ ਹਾਂ ਪੂਰਾ ਐਂ ਸਾਈਕਲ ਪੂਰਾ ਘੁਮਾਓ। ਇਹ 3 ਐਕਸਰਸਾਈਜ਼ਸ ਬੰਦਾ 10 ਟਾਈਮਸ ਮਾਰਨਿੰਗ 10 ਟਾਈਮਸ ਈਵਨਿੰਗ ਕਰ ਲੇ, ਉਹਦਾ ਫਰੋਜ਼ਨ ਸ਼ੋਲਡਰ ਬਿਲਕੁਲ ਠੀਕ ਹੋ ਜਾਊ। ਦੂਸਰੀ ਪ੍ਰੋਬਲਮ ਹੁੰਦੀ ਹੈ ਰੋਟੇਟਰ ਕਫ ਆਰਥਰੋਪੈਥੀ ਜਾਂ ਰੋਟੇਟਰ ਕਫ ਟੀਅਰ। ਉਹਦੇ ਵਿੱਚ ਕੀ ਹੁੰਦਾ ਜਿਵੇਂ ਆਪਾਂ ਗੋਡੇ ਦੇ ਲਿਗਾਮੈਂਟ ਬਾਰੇ ਸੁਣਿਆ ਕਿ ਗੋਡੇ ਦੇ ਵਿੱਚ ਲਿਗਾਮੈਂਟ ਜਿਹੜਾ ਟੁੱਟ ਜਾਂਦਾ ਜਿਹਦੇ ਕਰਕੇ ਗੋਡੇ 'ਚ ਲਚਕ ਆ ਜਾਂਦੀ। ਉਸੇ ਤਰੀਕੇ ਨਾਲ ਮੋਢੇ ਦੇ ਵਿੱਚ ਵੀ ਮੋਢੇ ਦੀ ਮੂਵਮੈਂਟ ਕਰਨ ਲਈ ਲਿਗਾਮੈਂਟ ਹੁੰਦਾ। ਕਲੀਨਿਕਲੀ ਅਸੀਂ ਸਸਪੈਕਟ ਕਰ ਸਕਦੇ ਹਾਂ ਕਿ ਰੋਟੇਟਰ ਕਫ ਟੀਅਰ ਹੈ, ਉਹ MRI ਤੇ ਡਾਇਗਨੋਸ ਹੁੰਦਾ। ਉਹਦਾ ਸਾਨੂੰ ਵਿਦਿਨ 3 ਮੰਥਸ ਦੇ ਵਿੱਚ ਸਰਜਰੀ ਕਰਨੀ ਪੈਂਦੀ ਹੈ। ਇਹਦੀ ਆਰਥੋਸਕੋਪਿਕਲੀ ਸਰਜਰੀ ਹੈ, ਦੂਰਬੀਨ ਦੇ ਨਾਲ ਸਰਜਰੀ ਹੁੰਦੀ ਹੈ, 30-40 ਮਿੰਟ ਦੀ ਸਰਜਰੀ ਹੈ। 3 ਤੋਂ 6 ਹਫ਼ਤਿਆਂ ਬਾਅਦ ਪੇਸ਼ੈਂਟ ਆਪਦੀ ਨੋਰਮਲ ਸਾਰੀ ਮੂਵਮੈਂਟਸ ਕਰ ਸਕਦਾ ਹੈ। ਬੱਚਿਆਂ ਦੀ ਵੀ ਆਪਾਂ ਗੱਲ ਕਰੀਏ, ਅੱਜ ਕੱਲ੍ਹ ਆਪਾਂ ਜਦੋਂ ਦੇਖਦੇ ਹੁੰਦੇ ਹਾਂ ਕਿ ਸਕੂਲਾਂ ਦੇ ਵਿੱਚ ਬੱਚਿਆਂ ਦੇ ਭਾਰ ਨਾਲੋਂ ਜ਼ਿਆਦਾ ਉਹਨਾਂ ਦੇ ਬੈਗ ਦਾ ਭਾਰ ਹੁੰਦਾ ਤੇ ਮੋਢਿਆਂ 'ਤੇ ਟੰਗਿਆ ਹੁੰਦਾ। ਉਹਨਾਂ ਨੂੰ ਵੀ ਜਦੋਂ ਘਰੇ ਜਾਂਦੇ ਆਪਣੇ ਮੰਮੀ ਪਾਪਾ ਨੂੰ ਦੱਸਦੇ ਕਿ ਸਾਡੇ ਮੋਢੇ ਬਹੁਤ ਦਰਦ ਕਰ ਰਹੇ। ਬੈਗ ਬਹੁਤ ਜ਼ਿਆਦਾ ਹੈਵੀ ਹੋਣ ਕਰਕੇ ਉਹਨਾਂ ਦੀ ਜਿਹੜੀ ਸਪਾਈਨ ਹੈ, ਜਿਹੜੀ ਅੱਪਰ ਸਰਵਾਈਕਲ ਸਪਾਈਨ ਹੈ, ਉਹਦੇ 'ਤੇ ਜ਼ੋਰ ਜ਼ਿਆਦਾ ਹੁੰਦਾ। ਤਾਂ ਉਹਦੇ ਲਈ ਸਾਨੂੰ ਅੱਪਰ ਸਰਵਾਈਕਲ ਸਪਾਈਨ ਦੀਆਂ ਜਿਹੜੀਆਂ ਸਟਰੈਂਥਨਿੰਗ ਐਕਸਰਸਾਈਜ਼ਸ ਕਰਨ ਦੀ ਲੋੜ ਹੈ। ਸਰਵਾਈਕਲ ਸਪਾਈਨ ਦੀ 2 ਐਕਸਰਸਾਈਜ਼ਸ ਹੈ, ਇਹ ਕਰਨ ਉਹ ਬਿਲਕੁਲ ਠੀਕ ਹੋ ਜਾਣਗੇ। ਪਹਿਲੀ ਐਕਸਰਸਾਈਜ਼ ਹੈ ਹੱਥ ਪਿੱਛੇ ਲਿਜਾ ਕੇ ਹੱਥ ਦੇ ਨਾਲ ਸਿਰ ਨੂੰ ਅੱਗੇ ਦੱਬਣਾ, ਸਿਰ ਰੋਕੂਗਾ, 30 ਤੱਕ ਕਾਊਂਟ ਕਰਨਾ। ਇਹ ਐਕਸਰਸਾਈਜ਼ 10 ਟਾਈਮਸ ਮਾਰਨਿੰਗ 10 ਟਾਈਮਸ ਈਵਨਿੰਗ। ਦੂਜੀ ਕੀ ਹੈ ਸ਼ੋਲਡਰ ਸ਼ਰਗਿੰਗ, ਬੈਠ ਕੇ ਮੋਢੇ ਉੱਪਰ ਚੱਕਣੇ ਨੇ, 30 ਤੱਕ ਕਾਊਂਟ ਕਰਨਾ, ਨੀਚੇ ਛੱਡ ਦੇਣਾ। ਇਹ ਐਕਸਰਸਾਈਜ਼ਸ 10 ਟਾਈਮਸ ਮਾਰਨਿੰਗ 10 ਟਾਈਮਸ ਈਵਨਿੰਗ ਕਰ ਲੈਣ। ਉਹ ਜਿਹੜਾ ਇਹ ਬੈਕ ਦੇ ਕਰਕੇ ਪੇਨ ਹੋ ਰਿਹਾ ਗਰਦਨ ਦੇ ਵਿੱਚ ਜਾਂ ਮੋਢਿਆਂ ਦੇ ਵਿੱਚ, ਉਹ ਬਿਲਕੁਲ ਠੀਕ ਹੋ ਜੂ। ਆਮ ਤੌਰ ਤੇ ਅਸੀਂ ਦੇਖਦੇ ਹੁੰਦੇ ਸੀਗੇ ਕਿ ਜੋੜਾਂ ਦੇ ਦਰਦ ਦੀ ਦਿੱਕਤ ਜਿਹੜੀ ਹੈ ਉਹ ਬਜ਼ੁਰਗ ਲੋਕਾਂ ਨੂੰ ਆਉਂਦੀ ਹੈ, ਜਾਂ ਜਿਹੜਾ ਵਿਅਕਤੀ 40 ਸਾਲ ਦੀ ਉਮਰ ਤੋਂ ਪਾਰ ਹੋ ਜਾਂਦਾ ਉਹਨਾਂ ਨੂੰ ਹੋ ਜਾਂਦੀ ਹੈ। ਪਰ ਅੱਜ ਕੱਲ੍ਹ ਆਮ ਤੌਰ ਤੇ ਅਸੀਂ ਨੌਜਵਾਨਾਂ ਦੇ ਵਿੱਚ ਵੀ ਅਤੇ ਬੱਚਿਆਂ ਦੇ ਵਿੱਚ ਵੀ ਦੇਖਣ ਲੱਗ ਗਏ ਹਾਂ ਕਿ ਜੋੜਾਂ ਦੇ ਦਰਦ ਉਹਨਾਂ ਨੂੰ ਹੋਣੇ ਸ਼ੁਰੂ ਹੋ ਗਏ ਨੇ। ਖਾਸ ਤੌਰ ਤੇ ਜੇਕਰ ਆਪਾਂ ਮੋਢਿਆਂ ਦੀ ਗੱਲ ਕਰੀਏ ਤਾਂ ਮੋਢਿਆਂ ਦੇ ਵਿੱਚ ਅੱਜ ਕੱਲ੍ਹ ਹਰੇਕ ਦੇ ਜਿਹੜਾ ਉਹ ਦਿੱਕਤ ਆਉਣੀ ਸ਼ੁਰੂ ਹੋ ਗਈ ਹੈ। ਬਹੁਤ ਲੋਕ ਸ਼ਿਕਾਇਤ ਕਰਦੇ ਨੇ ਕਿ ਸਾਡੇ ਮੋਢਿਆਂ ਦੇ ਵਿੱਚ ਆਮ ਤੌਰ ਤੇ ਦਰਦ ਰਹਿੰਦੀ ਹੈ। ਅਕਸਰ ਆਪਾਂ ਹਾਸੇ ਮਜ਼ਾਕ ਦੇ ਵਿੱਚ ਤਾਂ ਕਹਿ ਦਿੰਦੇ ਹਾਂ ਕਿ ਜ਼ਿੰਮੇਵਾਰੀਆਂ ਦਾ ਬੋਝ ਹੈ, ਪਰ ਅਸਲ ਦੇ ਵਿੱਚ ਉਹ ਜ਼ਿੰਮੇਵਾਰੀਆਂ ਦਾ ਬੋਝ ਨਹੀਂ ਹੁੰਦਾ, ਉਹ ਮੈਡੀਕਲੀ ਪ੍ਰੋਬਲਮ ਹੁੰਦੀ ਹੈ। ਉਸੇ ਮੈਡੀਕਲ ਪ੍ਰੋਬਲਮ 'ਤੇ ਅਸੀਂ ਗੱਲਬਾਤ ਵੀ ਕਰਾਂਗੇ। ਸਾਡੇ ਨਾਲ ਪ੍ਰੋ ਲਾਈਫ ਹਸਪੀਟਲ ਤੋਂ ਡਾਕਟਰ ਮਨੀਸ਼ ਗੋਇਲ ਮੌਜੂਦ ਨੇ, ਹੱਡੀਆਂ ਦੇ ਸਪੈਸ਼ਲਿਸਟ ਨੇ। ਇਹਨਾਂ ਨਾਲ ਗੱਲਬਾਤ ਕਰਾਂਗੇ। ਸਰ, ਆਮ ਤੌਰ 'ਤੇ ਜਦੋਂ ਮੋਢੇ ਦੇ ਕਿਸੇ ਦੇ ਵਿੱਚ ਦਰਦ ਹੁੰਦੀ ਹੈ ਅਸੀਂ ਹੱਸ ਕੇ ਅਗਲੇ ਨੂੰ ਕਹਿ ਦਿੰਦੇ ਯਾਰ ਤੇਰੇ ਤਾਂ ਜ਼ਿੰਮੇਵਾਰੀਆਂ ਦਾ ਬੋਝ ਹੈ, ਪਰ ਅਸਲ ਦੇ ਵਿੱਚ ਉਹ ਬੋਝ ਕਿਸ ਦਾ ਹੁੰਦਾ? ਸਤਿ ਸ਼੍ਰੀ ਅਕਾਲ ਜੀ। ਮੈਂ ਡਾਕਟਰ ਮਨੀਸ਼ ਗੋਇਲ, MS ਆਰਥੋਪੈਡਿਕ ਸਰਜਨ, XTMC ਹਸਪੀਟਲ ਲੁਧਿਆਣਾ। ਸ਼ੋਲਡਰ ਪ੍ਰੋਬਲਮ ਬੜੀ ਕਾਮਨ ਹੋ ਗਈ ਹੈ ਯੰਗ ਏਜ ਦੇ ਵਿੱਚ ਤੋਂ ਲੈ ਕੇ 올ਡ ਏਜ ਤੱਕ ਬੜੀ ਕਾਮਨ ਹੋ ਗਈ ਹੈ। ਯੰਗ ਏਜ ਦੇ ਵਿੱਚ ਜ਼ਿਆਦਾ ਕਾਮਨ ਇਹਦੇ ਰੀਜ਼ਨਸ ਹੁੰਦੇ ਨੇ ਆਪਣੀ ਲੈਕ ਆਫ ਐਕਸਰਸਾਈਜ਼ਸ ਜਾਂ ਗਲਤ ਤਰੀਕੇ ਦੀ ਐਕਸਰਸਾਈਜ਼ਸ। 올ਡ ਏਜ ਦੇ ਵਿੱਚ ਇਹਦੇ ਮੈਡੀਕਲ ਰੀਜ਼ਨਸ ਨੇ। 올ਡ ਏਜ ਦੇ ਵਿੱਚ 3 ਤਰ੍ਹਾਂ ਦੇ ਮੇਨ ਕਾਰਨ ਹੁੰਦੇ ਨੇ ਸ਼ੋਲਡਰ ਦੀ ਪੇਨ ਦੇ। ਜੇ ਆਪਾਂ ਹੁਣ 올ਡ ਏਜ ਦੀ ਤੁਸੀਂ ਗੱਲ ਕੀਤੀ ਹੈ, ਚਲੋ ਆਪਾਂ ਯੰਗ ਏਜ 'ਤੇ ਵੀ ਆਵਾਂਗੇ। ਬਜ਼ੁਰਗ ਆਦਮੀ ਜਦੋਂ 50 ਟੱਪ ਜਾਂਦਾ ਜਾਂ 60 ਟੱਪ ਜਾਂਦਾ, ਬਹੁਤ ਜ਼ਿਆਦਾ ਉਹ ਦਰਦ ਦੇ ਨਾਲ ਉਹ ਤੜਫਦਾ। ਕਈ ਵਾਰੀ ਆਪਾਂ ਉਹਨੂੰ ਮੈਡੀਸਿਨਸ ਵੀ ਦਿੰਦੇ ਹਾਂ, ਮੈਡੀਸਿਨਸ ਤੱਕ ਨਹੀਂ ਉਹਨੂੰ ਅਸਰ ਕਰਦੀਆਂ। ਮੇਨ ਪ੍ਰੋਬਲਮ ਕੀ ਆਉਂਦੀ ਆ? ਦੇਖੋ, 올ਡ ਏਜ ਦੇ ਵਿੱਚ 50 ਪਲੱਸ ਏਜ ਦੇ ਵਿੱਚ 3 ਤਰ੍ਹਾਂ ਦੀ ਮੇਨ ਸ਼ੋਲਡਰ ਪ੍ਰੋਬਲਮਸ ਆਉਂਦੀਆਂ ਨੇ ਸਾਡੇ ਕੋਲ। ਇੰਗਲਿਸ਼ ਦੇ ਵਿੱਚ ਨਾਮ ਦੱਸ ਕੇ ਮੈਂ ਉਹਨਾਂ ਨੂੰ ਐਕਸਪਲੇਨ ਕਰੂੰਗਾ। ਪਹਿਲੀ ਹੁੰਦੀ ਹੈ ਫਰੋਜ਼ਨ ਸ਼ੋਲਡਰ। ਫਰੋਜ਼ਨ ਸ਼ੋਲਡਰ ਜਿਹਦੇ ਵਿੱਚ ਕੀ ਹੈ ਮੋਢਾ ਜਾਮ ਹੋ ਜਾਂਦਾ, ਮੋਢੇ ਦੀ ਸਾਰੀ ਮੂਵਮੈਂਟਸ ਬੰਦ ਹੋ ਜਾਂਦੀ ਹੈ। ਉਹ ਜ਼ਿਆਦਾਤਰ ਜਿਹੜੇ ਡਾਇਬਟਿਕ ਹੁੰਦੇ ਨੇ 올ਡ ਏਜ ਦੇ ਵਿੱਚ, ਜਾਂ ਓਬੀਜ਼ ਬੰਦੇ ਹੁੰਦੇ ਨੇ, ਜਾਂ ਜਿਨ੍ਹਾਂ ਨੂੰ ਹਾਈਪਰਥਾਇਰਾਇਡਿਜ਼ਮ ਜਾਂ ਥਾਇਰਾਇਡ ਦੀ ਕੋਈ ਪ੍ਰੋਬਲਮ ਹੁੰਦੀ ਹੈ, ਉਹਨਾਂ ਨੂੰ ਹੁੰਦਾ। ਦੂਜੀ ਪ੍ਰੋਬਲਮ ਹੁੰਦੀ ਹੈ ਸਾਡੀ
ਰੋਟੇਟਰ ਕਫ ਟੀਅਰ, ਮੋਢੇ ਦੇ ਅੰਦਰ ਲਿਗਾਮੈਂਟ ਹੁੰਦਾ ਇੱਕ ਜਿਹੜਾ ਕਿ ਮੋਢੇ ਨੂੰ ਮੂਵਮੈਂਟ ਕਰਾਉਂਦਾ ਹੈ, ਉਹ ਲਿਗਾਮੈਂਟ ਟੁੱਟ ਜਾਂਦਾ ਹੈ ਹੌਲੀ ਹੌਲੀ। ਆਪਣੇ ਜਿਵੇਂ ਜਿਵੇਂ ਆਪਾਂ ਰੂਟੀਨਲੀ ਆਪਣਾ ਕੰਮ ਕਰਦੇ ਰਹਿੰਦੇ ਹਾਂ, ਮੋਢੇ ਦਾ ਜਿਹੜਾ ਲਿਗਾਮੈਂਟ ਉਹ ਹੌਲੀ ਹੌਲੀ ਘਸਦਾ ਰਹਿੰਦਾ ਕਿਸੇ ਪੇਸ਼ੈਂਟ 'ਚ, ਤਾਂ ਅਲਟੀਮੇਟਲੀ ਉਹ ਘਸ ਕੇ ਟੁੱਟ ਜਾਂਦਾ ਹੈ, ਜਿਹਦੇ ਕਰਕੇ ਬਾਂਹ ਬਿਲਕੁਲ ਨਹੀਂ ਚੱਲਦੀ। ਤੀਜੀ ਪ੍ਰੋਬਲਮ ਹੁੰਦੀ ਹੈ ਸ਼ੋਲਡਰ ਆਰਥਰਾਈਟਿਸ, ਜਿਵੇਂ ਆਪਣੇ ਨੀ ਆਰਥਰਾਈਟਿਸ ਹੁੰਦੀ ਹੈ, ਹਿਪ ਆਰਥਰਾਈਟਿਸ ਹੁੰਦੀ ਹੈ, ਜੋੜ ਘਸਣਾ, ਸ਼ੋਲਡਰ ਦਾ ਜੋੜ ਵੀ ਘਸ ਜਾਂਦਾ ਹੈ। ਇਹ ਤਿੰਨੋਂ ਪ੍ਰੋਬਲਮਸ ਅੱਡ-ਅੱਡ ਤਰੀਕੇ ਨਾਲ ਚੱਲਦੀਆਂ ਨੇ, ਅੱਡ-ਅੱਡ ਤਰੀਕੇ ਨਾਲ ਟਰੀਟਮੈਂਟ ਹੈ, ਅੱਡ-ਅੱਡ ਤਰੀਕੇ ਨਾਲ ਸਿੰਪਟਮਸ ਹੈ ਇਹਨਾਂ ਦੇ। ਜੇ ਆਪਾਂ ਹੁਣ ਫਰੋਜ਼ਨ ਸ਼ੋਲਡਰ ਦੀ ਗੱਲ ਕਰੀਏ, ਇੱਕ ਇੱਕ ਕਰਕੇ ਆਪਾਂ ਇਸ ਤੇ ਗੱਲਬਾਤ ਕਰਾਂਗੇ ਕਿ ਲੋਕ ਕਹਿੰਦੇ ਨੇ ਬਾਂਹ ਸਾਡੀ ਖੜ ਗਈ, ਫਰੋਜ਼ਨ ਸ਼ੋਲਡਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਸ ਤੋਂ ਕਿਸ ਤਰ੍ਹਾਂ ਇਲਾਜ ਹੋ ਸਕਦਾ? ਕਿਉਂਕਿ ਬਹੁਤ ਪਰੇਸ਼ਾਨੀ ਹੋ ਜਾਂਦੀ ਹੈ ਬੰਦੇ ਨੂੰ, ਕਿਉਂਕਿ ਸਰੀਰ ਦਾ ਕੋਈ ਵੀ ਅੰਗ ਖੜ ਜੇ ਤਾਂ ਦਿੱਕਤ ਹੁੰਦੀ ਹੈ, ਤਾਂ ਉਸ ਤੋਂ ਕਿਸ ਤਰ੍ਹਾਂ ਇਲਾਜ ਆਪਾਂ ਕਰ ਸਕਦੇ ਹਾਂ? ਦੇਖੋ, ਫਰੋਜ਼ਨ ਸ਼ੋਲਡਰ ਬਿਲਕੁਲ ਕਿਉਰੇਬਲ ਚੀਜ਼ ਹੈ। ਫਰੋਜ਼ਨ ਸ਼ੋਲਡਰ ਦਾ ਮਤਲਬ ਹੈਗਾ ਕਿ ਸਾਡਾ ਜਿਹੜਾ ਸ਼ੋਲਡਰ ਜੁਆਇੰਟ ਹੈ ਉਹਦਾ ਕੈਪਸੂਲ ਜਿਹੜਾ ਉਹਦਾ ਜੋੜ ਹੈ ਉਹ ਟਾਈਟ ਹੋ ਜਾਂਦਾ ਹੈ। ਇਹ ਮੋਸਟਲੀ ਡਾਇਬਟਿਕ ਪੇਸ਼ੈਂਟਸ ਹੋ ਜਾਂਦੀ ਹੈ, ਜਾਂ ਜਿਨ੍ਹਾਂ ਦੇ ਕਦੇ ਕੋਈ ਸੱਟ ਵੱਜੀ, ਮਾੜਾ ਮੋਟਾ ਹੱਥ 'ਤੇ ਸੱਟ ਵੱਜੀ, ਉਹ ਪਲਸਤਰ ਲਵਾ ਲੈਂਦੇ ਨੇ 6-8 ਹਫ਼ਤੇ ਬਿਲਕੁਲ ਮੂਵਮੈਂਟ ਨਹੀਂ ਕਰਦੇ ਸ਼ੋਲਡਰ ਦੀ, ਤਾਂ ਉਹਨੂੰ ਸਟਿਫਨੈਸ ਬੋਲਦੇ ਨੇ, ਸਟਿਫ ਸ਼ੋਲਡਰ। ਇਹ ਬਿਲਕੁਲ ਕਿਉਰੇਬਲ ਹੈ। ਇਹ ਆਪਦਾ ਰਾਈਟ ਟਾਈਮ 'ਤੇ ਡਾਕਟਰ ਕੋਲ ਜਾਓ। ਕਿਸੇ ਵੀ ਪ੍ਰੋਬਲਮ ਦੇ ਵਿੱਚ ਤੁਹਾਨੂੰ ਕੋਈ ਵੀ ਪ੍ਰੋਬਲਮ ਹੈ, ਤੁਸੀਂ 3 ਹਫ਼ਤੇ ਤੋਂ ਬਾਅਦ ਕੋਈ ਵੀ ਜਿਹੜਾ ਸ਼ੋਲਡਰ ਦਾ ਜੁਆਇੰਟ ਹੈ ਉਹਨੂੰ ਇਮੋਬਲਾਈਜ਼ ਨਹੀਂ ਕਰਨਾ, ਤੁਸੀਂ ਨਾਲ ਦੀ ਨਾਲ ਉਹਦੀ ਮੂਵਮੈਂਟ ਸਟਾਰਟ ਕਰ ਲੈਣੀ। ਕੋਈ ਵੀ ਪੇਸ਼ੈਂਟ ਹੈ, ਜਿਵੇਂ ਕਲੀਨਿਕਲ ਸਾਨੂੰ ਪੇਸ਼ੈਂਟ ਕਿਵੇਂ ਆਪਣੇ ਆਪ ਪਹਿਚਾਣ ਸਕਦਾ ਹੈ ਫਰੋਜ਼ਨ ਸ਼ੋਲਡਰ ਦੀ ਮੂਵਮੈਂਟ ਕੀਤੀ, ਉਹ ਮੂਵਮੈਂਟ ਨਹੀਂ ਹੋਈ, ਪੇਨ ਹੋਇਆ। ਦੂਸਰੇ ਬੰਦੇ ਤੋਂ ਸ਼ੋਲਡਰ ਦੀ ਮੂਵਮੈਂਟ ਕਰਾਈ, ਮੂਵਮੈਂਟ ਨਹੀਂ ਹੋਈ, ਪੇਨ ਹੋਇਆ। ਨਾ ਹੱਥ ਉੱਪਰ ਪਿੱਛੇ ਲੈ ਕੇ ਜਾਇਆ ਜਾ ਸਕਦਾ ਹੈ, ਨਾ ਬੈਕ ਦੇ ਪਿੱਛੇ ਲੈ ਕੇ ਜਾ ਸਕਦਾ ਹੈ, ਨਾ ਦੂਜਾ ਮੋਢਾ ਟੱਚ ਹੁੰਦਾ ਹੈ ਵਿਦਾਊਟ ਐਨੀ ਇੰਸੀਡੈਂਸ। ਕੋਈ ਸੱਟ ਨਹੀਂ ਵੱਜੀ, ਕੁਛ ਹੋਰ ਨਹੀਂ ਵੱਜਿਆ, ਪਈ ਹੌਲੀ ਹੌਲੀ ਇਨ ਫਿਊ ਡੇਜ਼ ਮੋਢਾ ਜਾਮ ਹੋ ਗਿਆ। ਇਹ ਟਿਪੀਕਲ ਫਰੋਜ਼ਨ ਸ਼ੋਲਡਰ ਹੈ। ਇਹਦਾ ਬਿਲਕੁਲ ਟ੍ਰੀਟਮੈਂਟ ਠੀਕ ਹੋ ਸਕਦਾ ਹੈ। ਇਹਦੇ ਵਿੱਚ ਮੈਡੀਸਿਨਸ ਕੁਝ ਦੇਰ ਖਾਣੀ ਪੈਂਦੀਆਂ ਨੇ, ਨਾਲ ਫਿਜ਼ੀਓਥੈਰੇਪੀ ਕਰਨੀ ਪੈਂਦੀ ਹੈ। ਰੈਗੂਲਰ ਐਕਸਰਸਾਈਜ਼ ਕਰਕੇ ਇਹਦੀ ਕੰਪਲੀਟ ਮੂਵਮੈਂਟ ਆ ਜਾਂਦੀ। ਆਮ ਤੌਰ ਤੇ ਕੋਈ ਛੋਟੀ ਜੀ ਐਕਸਰਸਾਈਜ਼ ਜਿਹੜਾ ਬੰਦਾ ਘਰੇ ਬੈਠਾ ਕਰ ਸਕੇ, ਜਿਸ ਦੇ ਨਾਲ ਉਸ ਦਾ ਸ਼ੋਲਡਰ ਥੋੜਾ ਠੀਕ ਹੋਣਾ ਸ਼ੁਰੂ ਹੋ ਜਾਵੇ? ਜਿਹਨੂੰ ਫਰੋਜ਼ਨ ਸ਼ੋਲਡਰ ਲੱਗਦਾ, ਜਿਹਨੂੰ ਫਰੋਜ਼ਨ ਸ਼ੋਲਡਰ ਦੀ ਪ੍ਰੋਬਲਮ ਲੱਗਦੀ ਹੈ, 2-3 ਐਕਸਰਸਾਈਜ਼ਸ ਨੇ। ਇੱਕ ਜਿਵੇਂ ਆਪਾਂ ਪੀਟੀ ਕਰਦੇ ਹਾਂ, ਆਪਾਂ ਨੂੰ ਸਕੂਲ 'ਚ ਵੀ ਸਿਖਾਉਂਦੇ ਨੇ, ਜਾਂ ਹੋਰ ਯੋਗਾ ਕਰਦੇ ਨੇ, ਉਸ ਤਰੀਕੇ ਨਾਲ ਇਸ ਤਰ੍ਹਾਂ ਬਾਹਾਂ ਲਿਜਾ ਕੇ ਬਾਹਰ ਨੂੰ ਹੌਲੀ ਹੌਲੀ ਉੱਪਰ ਲਿਜਾ ਕੇ ਕਲੈਪ ਕਰਨੀ ਹੈ, ਹੌਲੀ ਹੌਲੀ ਨੀਚੇ ਲੈ ਕੇ ਆਉਣਾ। ਇਹ ਪਹਿਲੇ ਨੰਬਰ ਵਾਲੀ ਐਕਸਰਸਾਈਜ਼ 10 ਟਾਈਮਸ ਮਾਰਨਿੰਗ, 10 ਟਾਈਮਸ ਈਵਨਿੰਗ ਰਿਪੀਟ ਕਰਨ। ਦੂਸਰੀ ਐਕਸਰਸਾਈਜ਼ ਇਸ ਤਰ੍ਹਾਂ ਹੱਥ ਰੱਖ ਕੇ ਮੋਢੇ ਨੂੰ ਅੱਗੇ ਤੋਂ 10 ਵਾਰ ਘੁਮਾ ਕੇ, ਪਿੱਛੇ ਤੋਂ 10 ਵਾਰ ਘੁਮਾ ਕੇ। ਤੀਜੀ ਜਿਹੜੀ ਆਪਾਂ ਵੀਲ ਚਲਾਉਂਦੇ ਹਾਂ, ਪੂਰਾ ਐਂ ਸਾਈਕਲ ਪੂਰਾ ਘੁਮਾਓ। ਇਹ 3 ਐਕਸਰਸਾਈਜ਼ਸ ਬੰਦਾ 10 ਟਾਈਮਸ ਮਾਰਨਿੰਗ, 10 ਟਾਈਮਸ ਈਵਨਿੰਗ ਕਰ ਲੇ, ਉਹਦਾ ਫਰੋਜ਼ਨ ਸ਼ੋਲਡਰ ਬਿਲਕੁਲ ਠੀਕ ਹੋ ਜੂ। ਉਸ ਤੋਂ ਬਾਅਦ ਜੇਕਰ ਤੁਸੀਂ ਲਿਗਾਮੈਂਟ ਦੀ ਗੱਲ ਕੀਤੀ ਹੈ ਕਿ ਲਿਗਾਮੈਂਟ ਘਸ ਜਾਂਦਾ ਜਾਂ ਲਿਗਾਮੈਂਟ ਬ੍ਰੇਕ ਹੋ ਜਾਂਦਾ, ਉਸ ਦਾ ਕੀ ਇਲਾਜ ਹੁੰਦਾ? ਦੂਸਰੀ ਪ੍ਰੋਬਲਮ ਹੁੰਦੀ ਹੈ ਰੋਟੇਟਰ ਕਫ ਆਰਥਰੋਪੈਥੀ ਜਾਂ ਰੋਟੇਟਰ ਕਫ ਟੀਅਰ। ਉਹਦੇ ਵਿੱਚ ਕੀ ਹੁੰਦਾ, ਜਿਵੇਂ ਆਪਾਂ ਗੋਡੇ ਦੇ ਲਿਗਾਮੈਂਟ ਬਾਰੇ ਸੁਣਿਆ ਕਿ ਗੋਡੇ ਦੇ ਵਿੱਚ ਲਿਗਾਮੈਂਟ ਜਿਹੜਾ ਟੁੱਟ ਜਾਂਦਾ, ਜਿਹਦੇ ਕਰਕੇ ਗੋਡੇ 'ਚ ਲਚਕ ਆ ਜਾਂਦੀ। ਉਸੇ ਤਰੀਕੇ ਨਾਲ ਮੋਢੇ ਦੇ ਵਿੱਚ ਵੀ ਮੋਢੇ ਦੀ ਮੂਵਮੈਂਟ ਕਰਨ ਲਈ ਲਿਗਾਮੈਂਟ ਹੁੰਦਾ। ਓਲਡ ਏਜ ਦੇ ਵਿੱਚ ਉਹ ਲਿਗਾਮੈਂਟ ਨੈਚੁਰਲੀ ਵੀਕ ਹੋ ਜਾਂਦਾ, ਜਿਵੇਂ ਆਪਣੀ ਬੋਨਸ ਵੀਕ ਹੋ ਜਾਂਦੀ, ਆਪਣੀ ਸਕਿਨ ਵੀਕ ਹੋ ਜਾਂਦੀ ਹੈ, ਉਵੇਂ ਲਿਗਾਮੈਂਟ ਵੀ ਵੀਕ ਹੋ ਜਾਂਦਾ। ਕਈ ਵਾਰ ਥੋੜ੍ਹਾ ਬਹੁਤਾ ਜ਼ੋਰ ਲਾਉਣ ਦੇ ਨਾਲ ਪੁਰਾਣਾ ਉਹ ਵੀਕ ਹੋਇਆ ਲਿਗਾਮੈਂਟ ਜਿਹੜਾ ਟੁੱਟ ਜਾਂਦਾ ਹੈ, ਜਿਹਦੇ ਕਰਕੇ ਕਿ ਬਾਂਹ ਇੱਕਦਮ ਉੱਪਰ ਨਹੀਂ ਚੱਕੀ ਜਾਂਦੀ। ਦੂਸਰਾ ਬੰਦਾ ਤੁਹਾਡੀ ਬਾਂਹ ਚੱਕ ਕੇ ਉੱਪਰ ਲੈ ਕੇ ਜਾ ਸਕਦਾ ਹੈ, ਪਰ ਜਦੋਂ ਉੱਪਰ ਲੈ ਆ ਕੇ ਛੱਡੂਗਾ ਤੁਹਾਡੀ ਬਾਂਹ ਨੀਚੇ ਗਿਰ ਜੂਗੀ, ਤੁਸੀਂ ਉਹਨੂੰ ਹੋਲਡ ਨਹੀਂ ਕਰ ਸਕਦੇ, ਕੰਟਰੋਲ ਨਹੀਂ ਕਰ ਸਕਦੇ। ਉਹ ਰੋਟੇਟਰ ਕਫ ਟੀਅਰ ਹੁੰਦਾ ਹੈ, ਉਹ ਸਾਨੂੰ MRI ਤੇ ਡਾਇਗਨੋਜ਼ ਹੁੰਦਾ ਹੈ। ਕਲੀਨਿਕਲੀ ਅਸੀਂ ਸਸਪੈਕਟ ਕਰ ਸਕਦੇ ਹਾਂ ਕਿ ਰੋਟੇਟਰ ਕਫ ਟੀਅਰ ਹੈ, ਉਹ MRI ਤੇ ਡਾਇਗਨੋਜ਼ ਹੁੰਦਾ ਹੈ। ਉਹਦਾ ਸਾਨੂੰ ਵਿਦਿਨ 3 ਮੰਥਸ ਦੇ ਵਿੱਚ ਸਰਜਰੀ ਕਰਨੀ ਪੈਂਦੀ ਹੈ। ਇਹਦੀ ਆਰਥੋਸਕੋਪਿਕਲੀ ਸਰਜਰੀ ਹੈ, ਦੂਰਬੀਨ ਦੇ ਨਾਲ ਸਰਜਰੀ ਹੁੰਦੀ ਹੈ, 30-40 ਮਿੰਟ ਦੀ ਸਰਜਰੀ ਹੈ। 3 ਤੋਂ 6 ਹਫ਼ਤਿਆਂ ਬਾਅਦ ਪੇਸ਼ੈਂਟ ਆਪਦੀ ਨੋਰਮਲ ਸਾਰੀ ਮੂਵਮੈਂਟਸ ਕਰ ਸਕਦਾ ਹੈ। ਬਗੈਰ ਸਰਜਰੀ ਤੋਂ ਉਹਦੇ 'ਚ ਕੋਈ ਰਿਜ਼ਲਟ ਨਹੀਂ ਆਉਂਦਾ। ਉਸ ਤੋਂ ਬਾਅਦ ਤੀਸਰੀ ਵੀ ਇੱਕ ਤੁਸੀਂ ਦੱਸਿਆ ਸੀਗਾ ਜਿਹੜੀ ਪ੍ਰੋਬਲਮ ਹੈ, ਉਹ ਕੀ ਹੈ ਤੇ ਉਹ ਕਿਸ ਤਰ੍ਹਾਂ ਇਲਾਜ ਹੋ ਸਕਦਾ? ਥਰਡ ਚੀਜ਼ ਕੀ ਹੁੰਦੀ ਹੈ, ਜਿਵੇਂ ਕੋਈ ਸੱਟ ਵੱਜੀ, ਪੁਰਾਣੀ ਸੱਟ ਵੱਜੀ, ਜਾਂ ਕਿਸੇ ਨੂੰ ਕੋਈ ਗਠੀਏ ਦੀ ਪ੍ਰੋਬਲਮ ਰਹੀ ਹੈ, ਜਾਂ ਕੋਈ ਮੋਢੇ 'ਚ ਕੋਈ ਪੁਰਾਣੀ ਸੱਟ ਵੱਜ ਗਈ, ਜਿਹਦੇ ਕਰਕੇ ਕਿ ਬੰਦੇ ਨੇ ਮੋਢਾ ਚਲਾਇਆ ਨਹੀਂ, ਪੁਰਾਣਾ ਐਕਸਰੇ ਕਰਾਇਆ, ਪਹਿਲਾਂ ਬਲਰਡ ਐਕਸਰੇ ਹੁੰਦੇ ਸੀ, ਨਹੀਂ ਕਲੀਅਰ ਪਤਾ ਲੱਗਿਆ, ਜਾਂ ਕੋਈ ਫ੍ਰੈਕਚਰ ਸੀਗਾ, ਉਹ ਇਸ ਤਰੀਕੇ ਨਾਲ ਹੀ ਮੈਨੇਜ ਕਰ ਲਿਆ, ਤਾਂ ਸ਼ੋਲਡਰ ਆਰਥਰਾਈਟਿਸ ਹੋ ਜਾਂਦੀ ਹੈ। ਜਿਵੇਂ ਸਾਡੇ ਨੀ ਜੁਆਇੰਟ ਦੀ ਆਰਥਰਾਈਟਿਸ ਹੁੰਦੀ ਹੈ, ਨੀ ਦਾ ਜੋੜ ਘਸ ਜਾਂਦਾ, ਹਿੱਪ ਦਾ ਜੋੜ ਘਸ ਜਾਂਦਾ, ਉਵੇਂ ਸ਼ੋਲਡਰ ਆਰਥਰਾਈਟਿਸ ਹੁੰਦੀ ਹੈ। ਉਹ ਸ਼ੋਲਡਰ ਦਾ ਜੋੜ ਘਸ ਗਿਆ, ਦੋਨੋਂ ਬੋਨਸ ਹੈ ਘਸ ਗਈਆਂ, ਉਹਦੇ ਵਿੱਚ ਨਾ ਸਾਡੀ ਐਕਸਰਸਾਈਜ਼, ਨਾ ਸਾਡੀ ਫਿਜ਼ੀਓਥੈਰੇਪੀ, ਨਾ ਦਵਾਈਆਂ, ਨਾ ਕੋਈ ਮੋਢੇ 'ਚ ਇੰਜੈਕਸ਼ਨ, ਕੋਈ ਕੰਮ ਨਹੀਂ ਕਰਦੇ। ਉਹਦੀ ਇੱਕੋ ਹੀ ਸਰਜਰੀ ਬਣੀ ਹੈ, ਰਿਪਲੇਸਮੈਂਟ। ਜਿਵੇਂ ਮੋਢੇ ਦਾ ਜੋੜ ਨੀ ਦਾ ਜੋੜ ਬਦਲਿਆ ਜਾਂਦਾ ਹੈ, ਹਿੱਪ ਦਾ ਜੋੜ ਬਦਲਿਆ ਜਾਂਦਾ ਹੈ, ਉਵੇਂ ਮੋਢੇ ਦਾ ਜੋੜ ਵੀ ਬਦਲਿਆ ਜਾਂਦਾ ਹੈ। ਅੱਜ ਦੀ ਘੜੀ ਦੇ ਵਿੱਚ ਉਹ ਵੀ ਬਦਲਿਆ ਜਾਂਦਾ ਹੈ। ਉਹਦੀ ਬੜੇ ਵੰਡਰਫੁਲ ਰਿਜ਼ਲਟਸ ਨੇ। ਅਸੀਂ ਰੂਟੀਨਲੀ ਪ੍ਰੋ ਲਾਈਫ 'ਚ ਕਰ ਰਹੇ ਹਾਂ। ਘੰਟੇ ਦੀ ਸਰਜਰੀ ਹੈਗੀ ਹੈ,
ਬੰਦਾ ਅਗਲੇ ਦਿਨ ਤੋਂ ਸਾਰੀ ਮੂਵਮੈਂਟਸ ਕਰਨ ਲੱਗ ਜਾਂਦਾ ਹੈ। 6 ਹਫ਼ਤਿਆਂ ਬਾਅਦ ਉਹ ਆਪਦੀ ਨਾਰਮਲ ਸਾਰੀ ਮੂਵਮੈਂਟਸ ਕਰ ਸਕਦਾ। ਚਲੋ ਇਹ ਤਾਂ ਆਪਾਂ 올ਡ ਏਜ ਦੀ ਗੱਲ ਕੀਤੀ ਹੈ। ਜੇ ਯੰਗ ਦੀ ਗੱਲ ਕਰੀਏ ਜਾਂ ਬੱਚਿਆਂ ਦੀ ਵੀ ਆਪਾਂ ਗੱਲ ਕਰੀਏ, ਅੱਜ ਕੱਲ੍ਹ ਆਪਾਂ ਜਦੋਂ ਦੇਖਦੇ ਹੁੰਦੇ ਹਾਂ ਕਿ ਸਕੂਲਾਂ ਦੇ ਵਿੱਚ ਬੱਚਿਆਂ ਦੇ ਭਾਰ ਨਾਲੋਂ ਜ਼ਿਆਦਾ ਉਹਨਾਂ ਦੇ ਬੈਗ ਦਾ ਭਾਰ ਹੁੰਦਾ ਤੇ ਮੋਢਿਆਂ 'ਤੇ ਟੰਗਿਆ ਹੁੰਦਾ। ਉਹਨਾਂ ਨੂੰ ਵੀ ਜਦੋਂ ਘਰੇ ਜਾਂਦੇ ਆਪਣੇ ਮੰਮੀ ਪਾਪਾ ਨੂੰ ਦੱਸਦੇ ਕਿ ਸਾਡੇ ਮੋਢੇ ਬਹੁਤ ਦਰਦ ਕਰ ਰਹੇ ਨੇ। ਉਹ ਦੇਖੋ, ਜਿਹੜਾ ਬੱਚਿਆਂ ਦੇ ਬੈਗ ਹੈਵੀ ਹੋਣ ਕਰਕੇ ਜਿਹੜਾ ਪੇਨ ਹੁੰਦਾ ਹੈ, ਉਹ ਜ਼ਿਆਦਾਤਰ ਉਹਨਾਂ ਦੇ ਬੈਕ ਅਪਰ ਬੈਕ ਦੇ ਵਿੱਚ ਪ੍ਰੈਸ਼ਰ ਕਰਕੇ ਹੁੰਦਾ, ਜਿਹਦੇ ਕਰ ਬੈਗ ਬਹੁਤ ਜ਼ਿਆਦਾ ਹੈਵੀ ਹੋਣ ਕਰਕੇ ਉਹਨਾਂ ਦੀ ਜਿਹੜੀ ਸਪਾਈਨ ਹੈ, ਜਿਹੜੀ ਅਪਰ ਸਰਵਾਈਕਲ ਸਪਾਈਨ ਹੈ, ਉਹਦੇ 'ਤੇ ਜ਼ੋਰ ਜ਼ਿਆਦਾ ਹੁੰਦਾ। ਤਾਂ ਉਹਦੇ ਲਈ ਸਾਨੂੰ ਅਪਰ ਸਰਵਾਈਕਲ ਸਪਾਈਨ ਦੀਆਂ ਜਿਹੜੀਆਂ ਸਟਰੈਂਥਨਿੰਗ ਐਕਸਰਸਾਈਜ਼ਿਸ ਕਰਨ ਦੀ ਲੋੜ ਹੈ। ਅਤੇ ਓਬਵੀਅਸਲੀ ਉਹਨਾਂ ਦੇ ਬੈਕ ਦਾ ਜਿਹੜਾ ਅਨਨੈਸੈਸਰੀ ਲੋਡ ਹੈ ਉਹ ਘਟਾਉਣ ਦੀ ਲੋੜ ਹੈ। ਉਹ ਸ਼ੋਲਡਰ ਦੇ ਨਾਲ ਉਹਨਾਂ ਦਾ ਲਿੰਕ ਘੱਟ ਹੈ, ਸਰਵਾਈਕਲ ਸਪਾਈਨ ਦੇ ਨਾਲ ਲਿੰਕ ਜ਼ਿਆਦਾ ਹੈ। ਉਹਦੇ 'ਚ ਉਹ ਸਰਵਾਈਕਲ ਸਪਾਈਨ ਦੀ ਐਕਸਰਸਾਈਜ਼ ਸਟਾਰਟ ਕਰ ਲੈਣ। ਸਰਵਾਈਕਲ ਸਪਾਈਨ ਦੀ 2 ਐਕਸਰਸਾਈਜ਼ ਹੈ, ਇਹ ਕਰਨ, ਉਹ ਬਿਲਕੁਲ ਠੀਕ ਹੋ ਜਾਣਗੇ। ਪਹਿਲੀ ਐਕਸਰਸਾਈਜ਼ ਹੈ ਹੱਥ ਪਿੱਛੇ ਲਿਜਾ ਕੇ ਹੱਥ ਦੇ ਨਾਲ ਸਿਰ ਨੂੰ ਅੱਗੇ ਦੱਬਣਾ ਹੈ, ਸਿਰ ਰੋਕੂਗਾ, 30 ਤੱਕ ਕਾਊਂਟ ਕਰਨਾ। ਇਹ ਐਕਸਰਸਾਈਜ਼ 10 ਟਾਈਮਸ ਮਾਰਨਿੰਗ 10 ਟਾਈਮਸ ਈਵਨਿੰਗ। ਦੂਜੀ ਕੀ ਹੈ, ਸ਼ੋਲਡਰ ਸ਼ਰਗਿੰਗ, ਬੈਠ ਕੇ ਮੋਢੇ ਉੱਪਰ ਚੱਕਣੇ ਨੇ, 30 ਤੱਕ ਕਾਊਂਟ ਕਰਨਾ ਹੈ, ਨੀਚੇ ਛੱਡ ਦੇਣੇ। ਇਹ ਐਕਸਰਸਾਈਜ਼ 10 ਟਾਈਮਸ ਮਾਰਨਿੰਗ 10 ਟਾਈਮਸ ਈਵਨਿੰਗ ਕਰ ਲੈਣ। ਉਹ ਜਿਹੜਾ ਇਹ ਬੈਕ ਦੇ ਕਰਕੇ ਪੇਨ ਹੋ ਰਿਹਾ ਗਰਦਨ ਦੇ ਵਿੱਚ ਜਾਂ ਮੋਢਿਆਂ ਦੇ ਵਿੱਚ, ਉਹ ਬਿਲਕੁਲ ਠੀਕ ਹੋ ਜਾਊ। ਹੋਰ ਯੰਗ ਜਿਹੜੇ ਲੋਕ ਨੇ, ਜਵਾਨ ਜਿਹੜੇ ਨੌਜਵਾਨ ਨੇ, ਮੁੰਡੇ ਕੁੜੀਆਂ ਨੇ, ਉਹਨਾਂ ਨੂੰ ਜਦੋਂ ਮੋਢਿਆਂ ਦੀ ਦਿੱਕਤ ਆ ਜਾਂਦੀ ਹੈ, ਉਹ ਕਿਸ ਕਾਰਨ ਆਉਂਦੀ ਹੈ? ਦੇਖੋ, ਸਾਡੇ ਕੋਲ ਮੋਸਟਲੀ ਜਿਹੜੇ ਯੰਗ ਬੰਦੇ ਆਉਂਦੇ ਨੇ, ਉਹ ਆਉਂਦੇ ਨੇ ਜਿਹੜੇ ਜਿਮ ਲਗਾਉਂਦੇ ਨੇ। ਜਿਮ ਦੇ ਵਿੱਚ ਅਨਨੈਸੈਸਰੀਲੀ ਜ਼ਿਆਦਾ ਦੇਰ ਵੇਟ ਲਿਫਟਿੰਗ ਕਰਨੀ ਜਾਂ ਇੱਕਦਮ ਜ਼ਿਆਦਾ ਵੇਟ ਚੱਕਣ ਦੇ ਨਾਲ ਉਹਨਾਂ ਦੇ ਅੰਦਰ ਸ਼ੋਲਡਰ ਦੇ ਅੰਦਰ ਲਿਗਾਮੈਂਟਸ ਟੀਅਰ ਹੋ ਜਾਂਦੇ ਨੇ। ਸਾਡੇ ਖੁਦ ਦੇ ਕੁਲੀਗਸ ਵੀ, ਸਾਡੇ ਖੁਦ ਕੁਝ ਫਰੈਂਡਸ ਵੀ, ਅਤੇ ਉਹ ਜਦੋਂ ਇੱਕਦਮ ਜ਼ਿਆਦਾ ਜਿਮ ਲਗਾ ਲੈਂਦੇ ਨੇ, ਅੰਦਰ ਉਹਨਾਂ ਦੇ ਲਿਗਾਮੈਂਟਸ ਹੁੰਦੇ ਨੇ ਆਪਣੇ ਸ਼ੋਲਡਰ ਦੇ ਵੀ ਅੰਦਰ, ਉਹਨਾਂ ਦੇ ਟੀਅਰ ਹੋ ਜਾਂਦੇ ਨੇ। ਅਸੀਂ ਉਦੋਂ ਲੇਟਰ ਉਹਨਾਂ ਦੀ MRI ਕਰਾਉਂਦੇ ਹਾਂ, ਉਹ ਲਿਗਾਮੈਂਟਸ ਟੀਅਰ ਹੋ ਜਾਂਦੇ ਨੇ। ਉਹਨਾਂ ਨੂੰ ਪ੍ਰੋਪਰ ਰੈਸਟ ਦੇ ਕੇ ਫਿਰ ਠੀਕ ਕਰਨਾ ਪੈਂਦਾ ਹੈ। ਇਹਦੇ ਵਿੱਚ ਤੁਸੀਂ ਆਪਣਾ ਪ੍ਰੋਪਰ ਟ੍ਰੇਨਿੰਗ ਫੋਲੋ ਕਰੋ। ਇੱਕਦਮ ਤੁਸੀਂ ਬਹੁਤ ਜ਼ਿਆਦਾ ਵੇਟ ਨਹੀਂ ਚੱਕਣਾ, ਇੱਕਦਮ ਜ਼ਿਆਦਾ ਦੇਰ ਲੰਬੇ ਟਾਈਮ ਲਈ ਵੇਟ ਨਹੀਂ ਚੱਕਣਾ। ਹੌਲੀ ਹੌਲੀ ਵੇਟ ਵਧਾਉਣਾ ਹੈ। ਅਤੇ ਜਦੋਂ ਵੀ ਤੁਸੀਂ ਕੋਈ ਵੇਟ ਲਿਫਟਿੰਗ ਸਟਾਰਟ ਕਰਨੀ ਹੈ, ਉਦੋਂ ਪਹਿਲਾਂ ਵਾਰਮ ਅਪ ਕਰਨਾ ਬਹੁਤ ਜ਼ਰੂਰੀ ਹੈ। ਵਾਰਮ ਅਪ ਕਰਕੇ ਤੁਸੀਂ ਕੋਈ ਵੀ ਐਕਸਰਸਾਈਜ਼ ਸਟਾਰਟ ਕਰੋਗੇ, ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਵੇਗੀ। ਆਖਰੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਲੋਕ ਆਪਣੀ ਸਿਹਤ ਦਾ ਕਿਸ ਤਰ੍ਹਾਂ ਧਿਆਨ ਰੱਖਣ? ਲੋਕਾਂ ਨੂੰ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਦੇਖੋ, ਸ਼ੋਲਡਰ ਪ੍ਰੋਬਲਮ ਆਉਂਦੀਆਂ ਨੇ, ਬਹੁਤ ਕਾਮਨਲੀ ਆਉਂਦੀਆਂ, ਸਾਰਿਆਂ ਨੂੰ ਆਉਂਦੀਆਂ, ਸਾਡੇ ਪੇਰੈਂਟਸ ਨੂੰ ਵੀ ਆਉਂਦੀਆਂ ਨੇ, ਸਾਡੇ ਹੋਰ ਰਿਸ਼ਤੇਦਾਰਾਂ ਨੂੰ ਵੀ ਆਉਂਦੀਆਂ ਨੇ। ਇਹਨਾਂ ਨੂੰ ਰਾਈਟ ਟਾਈਮ 'ਤੇ ਆਪਣਾ ਡਾਇਗਨੋਸ ਕਰਵਾ ਲਓ। ਕਿਸੇ ਨੂੰ ਵੀ 올ਡ ਏਜ ਸਰ, ਅੱਜ ਕੱਲ੍ਹ ਜੇਕਰ ਆਪਾਂ ਆਮ ਤੌਰ 'ਤੇ ਗੱਲ ਕਰੀਏ, ਬੰਦਾ ਮਾਲਿਸ਼ ਵਾਲਿਆਂ ਦੇ ਚਲਾ ਜਾਂਦਾ, ਮਾਲਿਸ਼ ਕਰਵਾਉਣ ਦੀ ਕੋਸ਼ਿਸ਼ ਕਰਦਾ, ਅਤੇ ਉਹ ਕਈ ਵਾਰ ਮਾਲਿਸ਼ ਨਾਲ ਚਲੋ ਕਈ ਵਾਰ ਰਾਹਤ ਵੀ ਮਿਲ ਜਾਂਦੀ, ਕਈ ਵਾਰੀ ਕੰਮ ਵੀ ਹੋਰ ਵੱਧ ਜਾਂਦਾ। ਦੇਖੋ, ਸ਼ੋਲਡਰ ਦੀ ਜਿਹੜੀ ਵੀ ਮੇਜਰ ਪ੍ਰੋਬਲਮ ਹੈ, ਤੁਸੀਂ ਇਹਦੇ ਵਿੱਚ ਸ਼ੋਲਡਰ ਨੂੰ 3 ਹਫ਼ਤਿਆਂ ਤੋਂ ਵੱਧ ਰੈਸਟ ਨਹੀਂ ਦੇਣਾ। ਚਾਹੇ ਤੁਹਾਨੂੰ ਕੋਈ ਵੀ ਮਾਲਿਸ਼ੀ ਨੇ ਕੁਝ ਵੀ ਪਲਸਤਰ ਲਾਤਾ ਜਾਂ ਕੁਝ ਵੀ ਕਰਤਾ, ਤੁਸੀਂ 3 ਹਫ਼ਤੇ ਤੋਂ ਵੱਧ ਸ਼ੋਲਡਰ ਜੁਆਇੰਟ ਨੂੰ ਰੈਸਟ ਨਹੀਂ ਦੇਣਾ। ਤੁਸੀਂ ਇਹਨੂੰ ਇਮੀਡੀਏਟਲੀ ਮੋਬਿਲਾਈਜ਼ ਕਰਨਾ ਹੈ। ਮੋਬਿਲਾਈਜ਼ ਮਤਲਬ ਇਹਨੂੰ ਚਲਾਉਣਾ ਹੈ, ਨੋਰਮਲ ਐਕਸਰਸਾਈਜ਼ ਕਰਨੀ, ਜਿਹੜੀ ਮੈਂ ਤੁਹਾਨੂੰ 3 ਤੋਂ 4 ਦੱਸੀਆਂ ਨੇ। ਜੇ ਉਹ ਕਰਨ ਦੇ ਬਾਵਜੂਦ ਵੀ 3 ਹਫ਼ਤਿਆਂ ਤੋਂ ਬਾਅਦ ਤੁਸੀਂ ਸਟਾਰਟ ਕਰ ਲੈਂਦੇ ਹੋ, ਫਿਰ ਵੀ ਤੁਹਾਡਾ ਪੇਨ ਨਹੀਂ ਠੀਕ ਹੁੰਦਾ, ਫਿਰ ਤੁਸੀਂ ਇੱਧਰ ਉੱਧਰ ਵਹਿਮ ਭਰਮ 'ਚ ਨਹੀਂ ਜਾਣਾ, ਗਲਤ ਪਾਸੇ ਨਹੀਂ ਜਾਣਾ। ਇੱਕ ਵਾਰੀ ਤੁਸੀਂ ਆਪਦੇ ਆਰਥੋਪੈਡਿਕ ਸਰਜਨ ਨੂੰ, ਸ਼ੋਲਡਰ ਸਪੈਸ਼ਲਿਸਟ ਸਰਜਨ ਨੂੰ ਆ ਕੇ ਦਿਖਾਓ, ਉਹਨੇ ਤੁਹਾਨੂੰ ਰਾਈਟ ਡਾਇਗਨੋਸਿਸ ਬਣਾ ਕੇ ਸਾਰਾ ਕੁਝ ਠੀਕ ਕਰ ਦੇਣਾ। ਕਈ ਵਾਰ ਕੀ ਹੁੰਦਾ, ਇਹ ਪ੍ਰੋਬਲਮਸ ਜੇ ਅਰਲੀ ਸਾਡੇ ਕੋਲ ਡਿਟੈਕਟ ਹੋ ਜਾਣ, ਸਾਡੇ ਕੋਲ ਅਰਲੀ ਪੇਸ਼ੈਂਟ ਆ ਜਾਏ, ਅਸੀਂ ਇਹਨੂੰ 100% ਸਾਰੀ ਪ੍ਰੋਬਲਮਸ ਨੂੰ ਠੀਕ ਕਰ ਸਕਦੇ ਹਾਂ। ਜਦੋਂ ਬਹੁਤ ਜ਼ਿਆਦਾ ਲੇਟ ਸਟੇਜਿਸ ਆਉਂਦੇ ਨੇ, ਫਿਰ ਉਨਾ ਹੀ ਜ਼ਿਆਦਾ ਟਾਈਮ ਲੱਗ ਜਾਂਦਾ। ਬਹੁਤ ਬਹੁਤ ਧੰਨਵਾਦ ਜੀ। ਤਾਂ ਇਸ ਸਨ ਸਾਡੇ ਨਾਲ ਪ੍ਰੋ ਲਾਈਫ ਹਸਪੀਟਲ ਤੋਂ ਡਾਕਟਰ ਮਨੀਸ਼ ਗੋਇਲ ਜੀ, ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਹੈ। ਤੇ ਮੋਢਿਆਂ ਦੇ ਵਿੱਚ ਚਾਹੇ ਉਹ ਨੌਜਵਾਨ ਹੋਣ, ਚਾਹੇ ਬਜ਼ੁਰਗ ਹੋਣ, ਚਾਹੇ ਮਹਿਲਾਵਾਂ ਹੋਣ, ਚਾਹੇ ਆਦਮੀ ਹੋਣ, ਜਿਨ੍ਹਾਂ ਨੂੰ ਵੀ ਦਰਦ ਹੁੰਦੀ ਹੈ ਜਾਂ ਕੋਈ ਪ੍ਰੋਬਲਮ ਹੈ, ਕੁਝ ਐਕਸਰਸਾਈਜ਼ਸ ਵੀ ਦੱਸੀਆਂ ਨੇ। ਆਮ ਤੌਰ 'ਤੇ ਘਰ ਦੇ ਵਿੱਚ ਬੈੱਡ 'ਤੇ ਬੈਠਾ ਵੀ ਉਹ ਐਕਸਰਸਾਈਜ਼ ਜਿਹੜਾ ਆਦਮੀ ਕਰ ਸਕਦਾ। ਤਾਂ ਜੇਕਰ ਤੁਹਾਨੂੰ ਕੋਈ ਦਿੱਕਤ ਹੈ ਤਾਂ ਜ਼ਰੂਰ ਐਕਸਰਸਾਈਜ਼ ਕਰੋ, ਤੇ ਜੇਕਰ ਤੁਹਾਨੂੰ ਨਹੀਂ ਰਿਲੀਫ ਮਿਲਦੀ ਤਾਂ ਜਲਦ ਤੋਂ ਜਲਦ ਡਾਕਟਰ ਦੇ ਕੋਲ ਜਾਓ, ਨਹੀਂ ਤਾਂ ਕੰਮ ਜਿਹੜਾ ਹੋਰ ਵੀ ਵੱਧ ਸਕਦਾ। ਤਾਂ ਵਧੇਰੇ ਅਪਡੇਟਸ ਸੀ, ਸਾਨੂੰ ਜੁੜੇ ਰਹੋ। ਕੈਮਰਾਮੈਨ ਸਤਵੰਤ ਮਠਾੜੂ ਦੇ ਨਾਲ ਸਨਮਜੀਤ ਸਿੰਘ ਭੱਲਾ, ਲੁਧਿਆਣਾ।